इस वेले तुसीं प्रॉफिट बना सकदे हो स्पॉट रेट च रीफर ड्राई या ईवन फ्लैट बेड ते इस वेले ड्राई का काम भी देखो $2.71 जा रहा है जिहदे च जे आपां ओहदा ब्रेकडाउन करके देखिए कि किद्दां सिस्टम हैगा $2.87 जिहड़ा हैगा वो मिड वेस्ट च हैगा स्पॉट रेट एवरेज आ रहा है $2.65 जी प्राइस साडे कोल सारी रेंजां कवर ने जिवें फ्रेलाइनर ने साडे कोल हुण वधिया वैरायटी आ गई है 505 दी एपीयू दे नाल भी हैगे ते नाल वारंटियां भी लगियां ने। पंजाबी रेडियो यूएसए देख रहे तमाम दर्शकों का स्वागत है। मैं हाँ अमनदीप सिंह चंड ते अज दे दिन मेरे नाल मौजूद हुंदे ने यूएसए ट्रक सेल बेकर्सफील्ड फोंटाना एडियाना सैक्रामेंटो वाले सईद भाजी। असीं गलबात करते हैं ट्रकिंग के रिलेटिड की हालात हैगे ने, की कुछ निकल के सामने आ रहा, ट्रकों के लोड प्राइस की कहते हैगे ने और नाल दी नाल जिहड़े साडे वीरां ने ट्रक खरीदने हैगे ने किहड़ियां-किहड़ियां चीज़ां दा ध्यान रखना चाहिए है, ट्रकों की प्राइस की हैगी है ਜਾਂ ਫਿਰ ਕਿਸੇ ਚੱਕਰ ਦੇ ਵਿੱਚ ਜਿਹੜੇ ਸਾਡੇ ਟਰੱਕ ਵਾਲੇ ਵੀਰ ਵੀ ਫਸ ਵੀ ਜਾਂਦੇ ਹੁੰਦੇ ਆ, ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ, ਇਹਨਾਂ तमाम ਮੁੱਦੇ ਉੱਤੇ ਗੱਲਬਾਤ ਕਰਦੇ ਹੁੰਦੇ ਆ। ਸਭ ਤੋਂ ਪਹਿਲਾਂ ਸਈਦ ਭਾਜੀ ਦਾ ਸਵਾਗਤ ਕਰਦੇ ਆ, ਫਿਰ ਗੱਲਬਾਤ ਸ਼ੁਰੂ ਕਰਦੇ ਆ। ਸਈਦ ਭਾਜੀ ਬਹੁਤ ਬਹੁਤ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ, अस्सलाम वालेकुम। ਸਈਦ ਭਾਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਮੈਂ ਇੱਥੋਂ ਹੀ ਕਰਨੀ ਚਾਹਾਂਗਾ ਕਿ ਬਹੁਤ ਸਾਰੇ ਸਾਡੇ ਟਰੱਕ ਵਾਲੇ ਵੀਰ ਜਿਹੜੇ ਨੇ ਇੱਕ ਤਾਂ ਨੌਨ ਡੋਮਿਸਾਈਲ ਨੂੰ ਲੈ ਕੇ ਘਰਾਂ ਦੇ ਵਿੱਚ ਬੈਠੇ ਨੇ, ਪਰ ਬਹੁਤ ਸਾਰੇ ਜਿਹੜੇ ਇਸ ਇੰਡਸਟਰੀ ਨੂੰ ਛੱਡ ਗਏ ਸੀਗੇ ਕਿ ਹੁਣ ਇਸ ਇੰਡਸਟਰੀ ਦੇ ਵਿੱਚ ਕੁਝ ਬਚਿਆ ਨਹੀਂ ਹੈ, ਉਹ ਦੁਬਾਰਾ ਤੋਂ ਮੋੜਾ ਕੱਟ ਰਹੇ ਹੈਗੇ ਨੇ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ, ਸਿਟੀਜ਼ਨ ਹੋਲਡਰ ਨੇ। ਤਾਂ ਹੀ ਦਿਲਚਸਪੀ ਜਿਹੜੀ ਹੈ ਟਰੱਕ ਖਰੀਦਣ ਦੇ ਵਿੱਚ ਵਧੀ ਹੈਗੀ ਹੈ। ਬਹੁਤ ਸਾਰੇ ਵੀਰ ਸਾਨੂੰ ਕਾਲਸ ਕਰਕੇ ਕਹਿੰਦੇ ਰਹਿੰਦੇ ਨੇ ਕੋਈ ਵਧੀਆ ਟਰੱਕ ਦਿਖਾ ਹੋਵੇਗਾ ਤਾਂ ਦੱਸਿਓ ਜ਼ਰੂਰ। ਸਭ ਤੋਂ ਪਹਿਲਾਂ ਇੱਥੋਂ ਹੀ ਸ਼ੁਰੂਆਤ ਕਰ ਦਿਓ, ਕਿਹੜੇ ਟਰੱਕ ਤੁਹਾਡੇ ਕੋਲ ਅਵੇਲੇਬਲ ਨੇ ਤੇ ਕੀ ਪ੍ਰਾਈਸ ਦੇ ਨੇ? ਜੀ ਪ੍ਰਾਈਸ ਸਾਡੇ ਕੋਲ ਸਾਰੀ ਰੇਂਜਾਂ ਕਵਰ ਨੇ, ਜਿਵੇਂ ਫਰੇਲਾਈਨਰ ਨੇ ਸਾਡੇ ਕੋਲ ਹੁਣ ਵਧੀਆ ਵੈਰਾਈਟੀ ਆ ਗਈ ਹੈ 505 ਦੀ ਏਪੀਯੂ ਦੇ ਨਾਲ ਵੀ ਹੈਗੇ ਤੇ ਨਾਲ ਵਾਰੰਟੀਆਂ ਵੀ ਲੱਗੀਆਂ ਨੇ ਤੇ ਪ੍ਰਾਈਸ ਜਿਹੜੀ ਆ ਜਿਹੜਾ ਮਤਲਬ ਘੱਟ ਮਾਈਲ ਆ ਉਹਦੇ ਹਾਈ ਪ੍ਰਾਈਸ ਆ ਆਫ ਕੋਰਸ। ਮਕਸਦ ਜਿਹੜਾ 2,70,000 ਚੱਲਾ ਏਪੀਯੂ ਨਾਲ ਬਰਾਊਨ ਇੰਟੀਰੀਅਰ ਓਨਰ ਆਪਰੇਟਰ ਪੈਕੇਜ ਨਾਲ ਤੇ ਨਾਲ ਉਹਦੇ ਕੀ ਕਹਿੰਦੇ ਨੇ ਆਪਣਾ ਵਾਰੰਟੀ ਲੱਗੀ EW4 ਦੀ 505 ਦੀ ਮੋਟਰ ਆ, ਉਹ ਆਲਮੋਸਟ ਹੈਗਾ 1,20,000 ਦਾ ਤੇ ਜਿਹੜਾ ਉਹਦੇ ਫਿਰ ਨਾਲ ਮਾਈਲਾਂ ਤੇ ਡਿਪੈਂਡ ਕਰ ਰਿਹਾ 1,10,000 1,08,000 ਮਤਲਬ ਸਾਡੇ ਕੋਲ ਟਰੱਕ ਨੇ। ਜੇ ਤੁਸੀਂ ਲੋਐਸਟ ਪੁਆਇੰਟ ਤੇ ਜਾਓਗੇ ਤੇ ਸਾਡੇ ਕੋਲ 505 2022 ਦਾ 4 ਲੱਖ ਚੱਲਾ ਤੇ ਏਪੀਯੂ ਨਾਲ ਤੇ ਘੱਟ ਆਵਰ ਦੇ ਨਾਲ ਉਹ 75,000 ਦਾ ਵੀ ਹੈਗਾ ਤੇ ਬਾਕੀ 455 ਵਾਲੇ ਵੀ ਹੈਗੇ। ਜੇ ਥੋੜੇ ਜਿਹੇ ਮਾਈਲ ਉੱਤੇ ਚੱਲ ਜਾਓ ਤੇ ਸਾਡੇ ਕੋਲ 58,000 ਡਾਲਰ ਦੇ ਟਰੱਕ ਵੀ ਹੈਗੇ ਫਰੇਲਾਈਨਰ। ਜੇ ਤੁਸੀਂ ਐਕਸੈਪਟ ਕਰਦੇ ਹੋ ਦੂਜੇ ਬ੍ਰਾਂਡ ਫॉर ਐਗਜ਼ਾਮਪਲ ਕੈਨਵਰ ਤੇ ਅਸੀਂ ਡੀਲਰ ਆ, ਸਾਡੇ ਕੋਲ ਕੈਨਵਰ ਤੇ ਟਰੱਕ ਵੀ ਹੈਗੇ, ਏਪੀ ਨਾਲ ਵੀ ਹੈਗੇ ਤੇ ਐਜ਼ ਲੋ ਐਜ਼ ਸਟਾਰਟ ਹੋ ਰਹੇ ਨੇ ਜੀ ਕੈਨਵਰ ਦੇ ਟਰੱਕ 4 ਤੋਂ 5 ਲੱਖ ਚੱਲੇ। ਪ੍ਰਾਈਸ ਉਹਨਾਂ ਦੀ ਸਟਾਰਟ ਹੁੰਦੀ ਹੈ 42,000 ਤੇ ਜਾਂਦੀ ਹੈ 55,000 ਤੱਕ। ਜੇ ਪੀਟਰਬਿਲਟ ਲੈਣਾ ਹੈ ਪੌਣੇ 4 ਲੱਖ ਦੇ 2022 ਦੇ ਹੈਗੇ ਸਾਡੇ ਕੋਲ, ਉਹਨਾਂ ਦੀ ਜਿਹੜੀ ਪ੍ਰਾਈਸ ਆ ਉਹਨਾਂ ਚ ਗੇਅਰਾਂ ਵਾਲੇ ਵੀ ਹੈਗੇ। ਸਲੀਪਰ ਦੀ ਗੱਲ ਕਰਦਾ ਤੇ ਉਹਨਾਂ ਦੀ ਪ੍ਰਾਈਸ ਜਿਹੜੀ ਆ ਉਹ ਆਲਮੋਸਟ ਸ਼ੁਰੂ ਹੁੰਦੀ ਆ ਸਮਝੋ 55,000 ਤੇ 60,000 ਤੱਕ ਜਾਂਦੀ ਆ। ਹੁਣ ਆਪਣੇ ਕੋਲ ਇੰਟਰਨੈਸ਼ਨਲ ਦੇ ਟਰੱਕ ਵੀ ਆਣੇ ਸ਼ੁਰੂ ਹੋ ਗਏ ਨੇ। ਲੈਂਡ ਨਹੀਂ ਕੀਤਾ, ਸਾਨੂੰ ਉਧਰ ਲੈਟਰ ਆ ਗਿਆ ਇੰਟਰਨੈਸ਼ਨਲ ਤੋਂ, ਈਮੇਲ ਆ ਗਈ ਹੈ ਕਿ ਤੁਹਾਡੇ ਕੋਲ ਟਰੱਕ ਆਉਣ ਲੱਗੇ ਨੇ ਤੇ ਬਹੁਤ ਘੱਟ ਮਾਈਲ ਦੇ ਚੱਲੇ, ਮਤਲਬ ਪੌਣੇ 3 ਲੱਖ 3 ਲੱਖ ਸਵਾ 3 ਲੱਖ ਵਾਲੇ ਟਰੱਕ ਆਉਣ ਲੱਗੇ ਜਿਹਦੇ ਚ ਅਸੀਂ ਸੇਮ ਗੋਲਡ ਪੈਕੇਜ ਦੇਵਾਂਗੇ, 1 ਸਾਲ ਦੀ ਵਾਰੰਟੀ ਹੋਏਗੀ। ਉਹ ਸਾਰੀ ਜਾਣਕਾਰੀ ਵਾਸਤੇ ਤੁਸੀਂ ਸਾਡੀ ਵੈਬਸਾਈਟ ਚੈੱਕ ਕਰ ਸਕਦੇ ਹੋ usatrucksales.com ਜਾਂ ਸਾਨੂੰ ਕਾਲ ਲਾ ਲਓ 1833-698-7224 ਜੀ। ਜੀ ਬਿਲਕੁਲ ਜੀ। ਔਰ ਥੋੜਾ ਜਿਹਾ ਅੱਗੇ ਪ੍ਰੋਗਰਾਮ ਦੇ ਵਿੱਚ ਵਧੀਏ ਤਾਂ ਕੀ ਕਹਿੰਦੀ ਹੈ ਜੀ ਇਸ ਹਫਤੇ ਦੇ ਵਿੱਚ ਜੋ ਲੋਡ ਦੇ ਪ੍ਰਾਈਸ ਨੇ ਕੀ ਕਿੱਦਾਂ ਚੱਲੇ ਨੇ ਤੇ ਅੱਗੇ ਆਉਣ ਵਾਲੇ ਹਫਤੇ ਦੇ ਵਿੱਚ ਫੋਰਕਾਸਟਿੰਗ ਕੀ ਕਹਿੰਦੀ ਤੁਹਾਡੀ? ਜੀ ਪਹਿਲੀ ਗੱਲ ਤੇ ਕਿ ਲੋਡ ਦੀ ਪ੍ਰਾਈਸ ਬੈਟਰ ਹੋ ਰਹੀ ਆ, ਜਿਹਦੀ ਵਜ੍ਹਾ ਤੋਂ ਹੁਣ ਜਿਹੜੇ ਕੈਰੀਅਰ ਨੇ ਉਹਨਾਂ ਕੈਪੈਸਿਟੀ ਜਿਹੜੀ ਆ ਉਹ ਵੀ ਵੱਧਦੀ ਜਾ ਰਹੀ ਆ। ਇਹ ਬਹੁਤ ਟਾਈਮ ਦੇ ਬਾਅਦ ਹੋਇਆ ਹੈ ਕਿ ਜਿਹੜਾ FMCSA ਦਾ Q1 ਦਾ ਡਾਟਾ ਰਿਲੀਜ਼ ਹੋਇਆ ਉਹਦੇ ਚ ਕੈਰੀਅਰ ਦੀ ਪੋਪੂਲੇਸ਼ਨ ਵੱਧ ਗਈ ਆ। ਕਹਿਣ ਦਾ ਮਕਸਦ ਹੈ ਕਿ ਨਵੀਆਂ ਕੰਪਨੀਆਂ ਜਿਹੜੀਆਂ ਨੇ ਉਹ ਜੁਆਇਨ ਕਰ ਰਹੀਆਂ ਨੇ। ਪਹਿਲਾਂ ਤਾਂ ਟ੍ਰੈਂਡ ਦੇਖਦੇ ਸੀ ਨਾ ਕਿ ਲੋਕੀ ਛੱਡ ਕੇ ਜਾ ਰਹੇ ਨੇ, ਹੁਣ ਜਿਹੜਾ ਟ੍ਰੈਂਡ ਹੈਗਾ ਕਿ ਲੋਕੀ ਉਹਨੂੰ ਜੁਆਇਨ ਕਰ ਰਹੇ ਨੇ ਜੀ। ਰੇਟ ਜਿਹੜੇ ਨੇ ਉਹ ਇਨਕਰੀਜ਼ ਹੋ ਗਏ ਨੇ। ਇੱਕ ਤੇ ਸਾਨੂੰ ਪਤਾ ਹੈ ਕਿ ਜਿਹੜਾ ਕੰਮ ਚੱਲ ਪਿਆ, ਦੂਜਾ ਇਹ ਕਿ ਸੀਜ਼ਨਲ ਸ਼ਿਫਟ ਵੀ ਆ ਰਹੀ ਆ। ਜਿਹੜੇ ਸਾਊਥਰਨ ਸਟੇਟਾਂ ਨੇ ਉਧਰ ਪ੍ਰੋਡਿਊਸ ਦਾ ਕੰਮ, ਜਿਹੜਾ ਰੀਫਰ ਦਾ ਕੰਮ ਹੈ ਉਹ ਚੱਲ ਪਿਆ। ਜੇ ਆਪਾਂ ਰੀਫਰ ਤੋਂ ਹੀ ਸ਼ੁਰੂ ਕਰਦੇ ਹਾਂ ਗੱਲ, ਰੀਫਰ ਦਾ ਜਿਹੜਾ ਰੇਟ ਹੈ ਇਸ ਵੇਲੇ
$3.18 ਸਪॉट ਰੇਟ ਤੇ ਕੰਟਰੈਕਟ ਜਿਹੜਾ ਹੈਗਾ $3.26 ਹੈਗਾ ਤੇ ਆਫ ਕੋਰਸ ਇਹ ਪੋਸਟਡ ਰੇਟ ਨੇ ਬਿਨਾਂ ਨੈਗੋਸੀਏਸ਼ਨ ਦੇ। ਜੇ ਉਹਦੀ ਲੋਕੇਸ਼ਨ ਦੇਖੀ ਜਾਏ ਤੇ ਮਿਡ ਵੈਸਟ ਜਿਹੜਾ ਹੈ ਉਹ ਬਹੁਤ ਟੌਪ ਦਾ ਜਾ ਰਿਹਾ ਇਸ ਵੇਲੇ। ਮਿਡ ਵੈਸਟ ਤੇ ਸਾਡਾ ਜਿਹੜਾ ਰੇਟ ਆ ਉਹ $3.31 ਆ ਤੇ ਜੇ ਤੁਸੀਂ ਵੈਸਟ ਵੱਲ ਜਾਓ ਤੇ $3.17 ਤੇ ਜੇ ਤੁਸੀਂ ਸਾਊਥ ਵੱਲ ਜਾਓ ਤੇ $3.31 ਤੇ ਜਿਹੜਾ ਵੀਕ ਪੁਆਇੰਟ ਆ ਉਹ ਸਾਡਾ ਹੈਗਾ ਬੇਸਿਕਲੀ ਈਸਟ ਸਾਈਡ 'ਚ ਜਿਹੜਾ ਰੇਟ ਆ ਉਹ $2.63 ਤੇ ਸਾਊਥ ਈਸਟ ਜਿਹੜਾ $2.70। ਮਤਲਬ ਜਿਹੜਾ ਰੀਫਰ ਦਾ ਰੇਟ ਆ ਉਹ ਇਸ ਵੇਲੇ ਟੌਪ ਦਾ ਜਾ ਰਿਹਾ ਹੈ। ਆਲਮੋਸਟ ਤੁਸੀਂ ਕਹਿ ਸਕਦੇ ਹੋ ਕਿ ਕੰਟਰੈਕਟ ਰੇਟ ਦੇ ਨਾਲ ਜਾ ਰਿਹਾ, ਪਰ ਕੰਟਰੈਕਟ ਰੇਟ ਤੋਂ ਜ਼ਿਆਦਾ ਸਪॉट ਰੇਟ 'ਚ ਬੈਨੀਫਿਟ ਇਸ ਵਾਸਤੇ ਹੈਗਾ ਕਿਉਂਕਿ ਤੁਸੀਂ ਨੈਗੋਸ਼ੀਏਟ ਕਰ ਸਕਦੇ ਹੋ। ਉਹਦੇ ਬਾਅਦ ਜੇ ਆਪਾਂ ਡਰਾਈ ਵੈਨ 'ਚ ਜਾਈਏ, ਡਰਾਈ ਵੈਨ ਦਾ ਜਿਹੜਾ ਅੱਜ ਦਾ ਸਪॉट ਰੇਟ ਆ ਉਹ ਹੈਗਾ ਜੀ ਇਸ ਵੇਲੇ $2.71 ਤੇ ਜਿਹੜਾ ਕੰਟਰੈਕਟ ਰੇਟ ਹੈਗਾ $2.86। ਮੈਂ ਇੱਕ ਭਾਈ ਨਾਲ ਕੈਲਕੂਲੇਟ ਕਰ ਰਿਹਾ ਸੀ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਮਾਈਲ ਪ੍ਰਾਈਸ ਕਿੰਨੀ ਕਾਸਟ ਕਿੰਨੀ ਪੈ ਰਹੀ ਆ ਮਾਈਲ ਪਰ ਗੈਲਨ। ਤੇ ਜਦੋਂ ਆਪਾਂ ਪੂਰਾ ਉਦੋਂ ਬ੍ਰੇਕਡਾਊਨ ਕੀਤਾ, ਡਰਾਈਵਰ ਦੀ ਸੈਲਰੀ ਕੱਢੀ, ਡੀਜ਼ਲ ਕੱਢਿਆ, ਉਹਦੇ ਬਾਅਦ ਰੀਫਰ ਦਾ ਡਰਾਈਵ ਜਿਹੜਾ ਟ੍ਰੇਲਰ ਦਾ ਰੈਂਟ ਕੱਢਿਆ, ਉਹਦੇ ਬਾਅਦ ਸਾਰੇ ਜਦੋਂ ਕੈਲਕੂਲੇਸ਼ਨਾਂ ਕੀਤੀਆਂ ਤੇ ਜਿਹੜਾ ਜਿੰਨਾ ਵੀ ਤੁਸੀਂ ਵਧੀਆ ਕੰਮ ਮਤਲਬ ਵਧੀਆ ਕੰਮ ਕਰਦੇ ਉਹਨਾਂ ਚੰਗਾ, ਪਰ ਜਿਹੜਾ ਬ੍ਰੇਕ ਈਵਨ ਆ ਉਹ $2 ਦੇ ਉੱਤੇ ਆਉਂਦਾ। ਯਾਨੀ ਇਸ ਵੇਲੇ ਤੁਸੀਂ ਪ੍ਰੋਫਿਟ ਬਣਾ ਸਕਦੇ ਹੋ ਸਪॉट ਰੇਟ 'ਚ ਰੀਫਰ, ਡਰਾਈ ਜਾਂ ਈਵਨ ਫਲੈਟ ਬੈਡ ਤੇ ਇਸ ਵੇਲੇ ਡਰਾਈ ਦਾ ਕੰਮ ਵੀ ਦੇਖੋ $2.71 ਜਾ ਰਿਹਾ, ਜਿਹਦੇ 'ਚ ਜੇ ਆਪਾਂ ਉਹਦਾ ਬ੍ਰੇਕਡਾਊਨ ਕਰਕੇ ਦੇਖੀਏ ਕਿ ਕਿੱਦਾਂ ਸਿਸਟਮ ਹੈਗਾ, $2.87 ਜਿਹੜਾ ਹੈਗਾ ਉਹ ਮਿਡ ਵੈਸਟ 'ਚ ਹੈਗਾ। ਸਪॉट ਰੇਟ ਐਵਰੇਜ ਆ ਰਿਹਾ $2.65 ਜਿਹੜਾ ਹੈ ਉਹ ਮਿਡ ਸਾਊਥ ਤੇ ਤੁਸੀਂ ਕਹਿ ਸਕਦੇ ਹੋ। ਤੇ ਜਿਹੜਾ ਸਭ ਤੋਂ ਜਿਹੜਾ ਪਾਵਰਫੁਲ ਹੈਗਾ ਸੈਗਮੈਂਟ ਉਹ ਡੈਫੀਨਿਟਲੀ ਮਿਡ ਸਾਊਥ ਹੀ ਹੈਗਾ। ਤੇ ਪਰ ਜੇ ਆਪਾਂ ਈਸਟ ਵੱਲ ਜਾਈਏ ਉਹ $2.37 ਹੈ, ਕਾਫੀ ਸਲੋ ਆ। ਪਰ ਇਸ ਵੇਲੇ ਜੇ ਆਪਾਂ ਦੇਖੀਏ ਵੈਸਟ ਸਾਈਡ ਉਹ ਵੀ ਥੋੜੀ ਐਕਟਿਵ ਹੋ ਰਹੀ ਆ, $2.46 ਚੱਲਦਾ। ਤੇ ਲਾਸਟ ਜਿਹੜਾ ਸਾਡਾ ਸੈਗਮੈਂਟ ਹੈਗਾ ਉਹ ਹੈਗਾ ਫਲੈਟ ਬੈਡ ਦਾ। ਫਲੈਟ ਬੈਡ ਤੇ ਬਹੁਤ ਹੀ ਤਕੜਾ ਹੋ ਗਿਆ, $3.44 ਜਿਹੜਾ ਹੈ ਉਹ ਸਪॉट ਰੇਟ ਚੱਲਦਾ ਤੇ $3.63 ਜਿਹੜਾ ਹੈ ਉਹ ਕੰਟਰੈਕਟ ਰੇਟ ਚੱਲਦਾ। ਜੇ ਆਪਾਂ ਉਹਨੂੰ ਥੋੜਾ ਜਿਹਾ ਬ੍ਰੇਕਡਾਊਨ ਕਰਕੇ ਦੇਖੀਏ ਤੇ $3.46 ਮਿਡ ਵੈਸਟ ਦਾ ਸੀਗਾ, ਪਰ ਯਕਦਮ ਹੀ ਚੇਂਜ ਆਈ ਆ ਤੇ ਜਿਹੜਾ ਸਾਊਥ ਈਸਟ ਆ, ਜਿਹੜਾ ਫਲੋਰੀਡਾ ਦਾ ਏਰੀਆ ਤੁਸੀਂ ਕਹਿ ਸਕਦੇ ਹੋ, ਉਹਦਾ ਰੇਟ ਜਿਹੜਾ ਹੈ $3.51 ਚੱਲ ਰਿਹਾ ਹੈ। ਤੇ ਇਹ $3.51 ਜਿਹੜਾ ਹੈ ਫਲੈਟ ਬੈਡ ਦਾ ਸਾਊਥ ਈਸਟ ਦਾ ਜਿਹੜਾ ਰੇਟ ਆ ਉਹਦੇ ਮੁਕਾਬਲੇ ਜੇ ਆਪਾਂ ਵੈਸਟ ਨੂੰ ਕੰਪੇਅਰ ਕਰੀਏ ਤੇ ਵੈਸਟ ਦਾ ਰੇਟ ਹੈਗਾ $2.83। ਕਹਿਣ ਦਾ ਮਕਸਦ ਹੈ ਕਿ ਵੈਸਟ ਕਾਫੀ ਸਲੋ ਜਾ ਰਿਹਾ। ਤੇ ਜੇ ਉਹਦੇ ਬਾਅਦ ਆਪਾਂ ਡੀਜ਼ਲ ਪ੍ਰਾਈਸਿਸ ਦੀ ਗੱਲ ਕਰੀਏ ਤੇ ਡੀਜ਼ਲ ਪ੍ਰਾਈਸਿਸ ਜਿਹੜੀਆਂ ਨੇ ਉਹ ਹੁਣ ਵੀ ਉੱਤੇ ਜਾ ਰਹੀਆਂ ਨੇ ਜੀ। ਅੱਜ ਦਾ ਜਿਹੜਾ US ਦਾ ਐਵਰੇਜ ਹੈ ਉਹ $5.64 ਆ ਤੇ ਜਿਹੜਾ ਆਪਾਂ ਕੈਲੀਫੋਰਨੀਆ ਤੇ ਦੇਖੀਏ ਤੇ $7.56 ਜਿਹੜਾ ਐਵਰੇਜ ਆ। ਤੇ ਐਵਰੇਜ ਦੀ ਗੱਲ ਉਹੀ ਹੈ, ਐਵਰੇਜ ਮੈਨੂੰ ਤੇ ਬਹੁਤ ਘੱਟ ਲੱਭਦਾ, ਮੈਨੂੰ ਹਮੇਸ਼ਾ ਇਹ ਤੋਂ ਜ਼ਿਆਦਾ ਹੀ ਪ੍ਰਾਈਸ ਦੀ ਲੱਭਦਾ। ਲਾਸਟ ਵੀਕ ਵੀ ਮੈਂ ਆਪਣਾ ਫੌਂਟਾਈਨ 'ਚ ਡੀਜ਼ਲ ਪਾਇਆ ਤੇ ਉਹ ਜਿਹੜਾ ਹੈ ਆਲਮੋਸਟ ਸਮਝੋ $8 ਪਰ ਗੈਲਨ ਦਾ ਡੀਜ਼ਲ ਪਿਆ ਸੀ ਜੀ। ਬਿਲਕੁਲ ਜੀ, ਮਹਿੰਗਾਈ ਦੀ ਮਾਰ ਹੇਠ ਹੈਗੀ ਹੈ ਦੁਨੀਆ, ਚਾਹੇ ਉਹ ਅਮਰੀਕਾ ਵਾਸੀ ਹੈਗੇ ਨੇ, ਭਾਰਤ ਦੀ ਗੱਲ ਕਰੀਏ, ਪਾਕਿਸਤਾਨ ਦੀ ਗੱਲ ਕਰੀਏ, ਅਮਰੀਕਾ, ਇਜ਼ਰਾਈਲ, ਇਰਾਨ ਦੀ ਜਿਹੜੀ ਜੰਗ ਚੱਲ ਰਹੀ ਹੈਗੀ ਹੈ, ਉਸ ਦਰਮਿਆਨ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਅੱਪ ਜਾ ਰਹੀਆਂ ਹੈਗੀਆਂ ਨੇ, ਰੇਟ ਜਿਹੜੇ ਨੇ ਵੱਧ ਰਹੇ ਹੈਗੇ ਨੇ ਨਿਤ ਆਏ ਦਿਨ। ਆਸ ਤੇ ਉਮੀਦ ਤਾਂ ਇਹੀ ਕਰਦੇ ਹਾਂ ਕਿ ਜੰਗ ਜਿਹੜੀ ਹੈ ਜੰਗਬੰਦੀ ਹੋਵੇਗੀ ਜਲਦੀ ਤੋਂ ਜਲਦੀ ਤੇ ਸਾਰਾ ਕੁਝ ਜਿਹੜਾ ਹੈ ਉਹ ਸਥਿਰ ਹੋਵੇਗਾ, ਕਿਉਂਕਿ ਖਾਸ ਕਰਕੇ ਜਦੋਂ ਹੁਣ ਲੋਡ ਦੇ ਪ੍ਰਾਈਸ ਤੁਸੀਂ ਦੱਸ ਰਹੇ ਹੋ ਅੱਪ ਜਾ ਰਹੇ ਨੇ, ਠੀਕ ਹੈਗੇ ਨੇ, ਤਾਂ ਪਰ ਨਾਲ ਡੀਜ਼ਲ ਵੀ ਵੱਧ ਗਿਆ ਤੇ ਕੰਮ ਉੱਥੇ ਹੀ ਆ ਗਿਆ। ਟਰੱਕਾਂ ਵਾਲਿਆਂ ਤੇ ਪਤਾ ਨਹੀਂ ਕਿਹੜੀ ਸਾੜ ਸਤੀ ਆਈ ਹੈ, ਕਿਸੇ ਪਾਸੇ ਗੱਲ ਲੱਗਦੀ ਨਹੀਂ ਪਈ ਹੈਗੀ। ਤੇ ਜੇਕਰ ਅੱਪ ਹੋਏ ਹੈਗੇ ਨੇ ਲੋਡ ਦੇ ਪ੍ਰਾਈਸ ਦੇ ਨਾਲ ਡੀਜ਼ਲ ਦੇ ਨਾਲ ਜਿਹੜੀ ਹੈ ਉਹ ਅਭਿਪਤਾ ਜਿਹੜੀ ਉਹ ਬਰਕਰਾਰ ਹੈਗੀ ਹੈ। ਬਾਕੀ ਸੈਯਦ ਭਾਜੀ, ਜਦੋਂ ਆਪਾਂ ਟਰੱਕਿੰਗ ਦੀ ਗੱਲ ਕਰਦੇ ਹਾਂ, ਫਰੀਵੇ ਦੀ ਗੱਲ ਕਰਦੇ ਹਾਂ, ਰੋਡਸ ਦੇ ਉੱਪਰ ਸਖਤਾਈ ਦੀ ਗੱਲ ਕਰਦੇ ਹਾਂ, ਤਾਂ ਸਖਤਾਈ ਜਿਹੜੀ ਹੈ ਰੋਡ ਦੇ ਉੱਪਰ ਦੇਖੀ ਜਾ ਰਹੀ ਹੈਗੀ ਹੈ। ਹੁਣ ਖਬਰ ਮੈਂ ਦੇਖ ਰਿਹਾ ਸੀਗਾ ਕਿ ਡਰੋਨ ਦੇ ਰਾਹੀਂ ਹੁਣ ਜਿਹੜਾ ਹਾਈਵੇ ਪੈਟਰੋਲੀਅਮ ਹੈਗਾ ਹੈ ਉਹਨਾਂ ਦੇ ਵੱਲੋਂ ਚੈੱਕ ਕੀਤਾ ਜਾਇਆ ਕਰੂਗਾ ਕਿ ਕਿਹੜਾ ਸਪੀਡ ਤੇ ਵੱਧ ਆ ਰਿਹਾ। ਫਿਰ ਨਾਲ ਹੀ ਤੁਹਾਨੂੰ ਪਤਾ ਹੈ ਕਿ ਇਹਦਾ ਸਿਸਟਮ ਕਿੱਦਾਂ ਤਗੜਾ ਹੈਗਾ, ਘਰੇ ਫਿਰ ਟਿਕਟ ਭੇਜ ਦਿੰਦੇ ਨੇ, ਤੇ ਇਹ ਵੀ ਖਬਰਾਂ ਚੱਲ ਰਹੀਆਂ ਨੇ ਜੀ। ਦੇਖੋ ਖਾਲੀ ਮਤਲਬ ਟੈਕਨੋਲੋਜੀ ਹਰ ਪਾਸੇ ਜਿਹੜਾ ਹੈ ਉਹ ਡਿਫਰੈਂਸ ਪਾ ਰਹੀ ਆ। ਇੱਕ ਤੇ ਡਰੋਨ ਨਾਲ ਜਿਹੜਾ ਉਹਨਾਂ ਦੀ ਜਿਹੜੀ ਆ ਕੋਸਟਿੰਗ ਸਟੇਟ ਦੀ ਜਾਂ ਫੈਡਰਲ ਦੀ ਬਹੁਤ ਘੱਟ ਹੋ ਜਾਂਦੀ ਆ।
ਦੂਸਰਾ ਡਰੋਨ, ਖਾਲੀ ਡਰੋਨ ਤਾਂ ਨਹੀਂ ਹੈਗੇ, ਉਹਨਾਂ 'ਚ ਰਿਡਾਰ ਵੀ ਲੱਗੇ ਜਿਹੜੇ ਸਪੀਡ ਚੈੱਕ ਕਰਦੇ ਨੇ, ਲੇਜ਼ਰ ਲੱਗੀਆਂ ਨੇ। ਉਹਦੇ ਬਾਅਦ ਜਿਹੜਾ ਆਪਾਂ ਗੱਲ ਕਰਦੇ ਸੀ ਕਾਰਬ ਦੀ, ਮੋਸਟਲੀ ਲੋਕਾਂ ਨੇ ਸਮਝਿਆ ਸੀ ਕਿ ਜਿਹੜਾ ਡੋਨਲਡ ਟਰੰਪ ਜੀ ਨੇ ਕਿਹਾ ਸੀ ਕਿ ਇੱਕ ਪੁਰਜਾ ਹੁੰਦਾ ਉਹਨੂੰ ਤੁਸੀਂ ਬਾਈਪਾਸ ਕਰ ਸਕਦੇ ਹੋ, ਉਹ ਮੈਨੂਫੈਕਚਰ ਵਾਸਤੇ ਸੀਗਾ। ਉਹਨਾਂ ਨੇ ਕਿਹਾ ਸ਼ਾਇਦ ਇਦਾਂ ਹੋਇਆ ਨਿਊਜ਼ ਕਿ ਕਾਰਬ ਜਿਹੜਾ ਡੈਫ ਹੈ ਉਹਨੂੰ ਤੁਸੀਂ ਬਾਈਪਾਸ ਕਰ ਸਕਦੇ ਹੋ। ਬਹੁਤ ਸੋਸ਼ਲ ਮੀਡੀਆ 'ਚ ਵੀ ਇਸ ਤਰ੍ਹਾਂ ਗਲਤ ਇਨਫੋਰਮੇਸ਼ਨ ਆਈ ਆ, ਤੇ ਹੁਣ ਬਹੁਤ ਸਾਰੇ ਕਸਟਮਰ ਜਿਹੜੇ ਸਾਨੂੰ ਕੰਟੈਕਟ ਕਰਦੇ ਉਹ ਕਹਿੰਦੇ ਜੀ ਸਾਨੂੰ ਤੇ ਅਸੀਂ ਬਾਈਪਾਸ ਕਰਾ ਲਿਆ ਸੀ ਤੇ ਸਾਨੂੰ ਟਿਕਟ ਆ ਗਿਆ। ਉਹਦੇ ਬਾਅਦ ਹੁਣ ਜੇ ਤੁਸੀਂ ਇੱਕ ਹੋਰ ਸਾਈਡ ਤੇ ਜਾਓ, ਜਿਹੜਾ ਡਿਲੀਵਰੀ 'ਚ ਜਿਹੜਾ ਪ੍ਰੋਬਲਮ ਆ ਰਿਹਾ ਉਹਦੀ ਵਜ੍ਹਾ ਤੋਂ ਜਿਹੜੀ ਟੈਕਨੋਲੋਜੀ ਜਿਹੜੀ ਆ ਉਹ ਵੀ ਕਾਫੀ ਜ਼ਿਆਦਾ ਮਤਲਬ ਇਨਵੋਲਵ ਹੋ ਰਹੀ ਆ। ਹੁਣ LTL ਜਿਹੜਾ ਲੈਸ ਦੇ ਨਾਲ ਲੋਡ ਹੈ ਉਹਦੇ 'ਚ ਟੈਕਨੋਲੋਜੀ ਬਹੁਤ ਜ਼ਿਆਦਾ ਇਨਵੋਲਵ ਹੋ ਗਈ ਆ। ਉਹਦੇ ਬਾਅਦ ਇੱਕ ਸਪੈਸ਼ਲਾਈਜ਼ ਜਿਹੜੇ ਟ੍ਰੇਲਰ ਹੁੰਦੇ ਨੇ, ਜਿਹੜੇ ਮਤਲਬ ONO ਕਹਿੰਦੇ ਨੇ, ਓਵਰ ਸਾਈਜ਼ ਓਵਰਲੋਡ, ਉਹਨਾਂ ਦੀ ਕੰਪਨੀ ਨੂੰ ਜਿਹੜਾ ਉਹ ਖਰੀਦ ਲਿਆ ਹੈ ਮੇਰੇ ਖਿਆਲ ਹੈ ਇੱਕ ਹੋਰ ਵੱਡੀ ਕੰਪਨੀ, ਤੇ ਉਹਦਾ ਜਿਹੜਾ ਅਲਗੋਰਿਥਮ ਬਣ ਗਿਆ ਹੈ। ਪਹਿਲਾਂ ਤੇ ਹੁੰਦਾ ਸੀ ਨਾ ਇੱਕ ਓਵਰ ਸਾਈਜ਼ ਓਵਰਲੋਡ ਦੀ ਜਿਹੜੀ ਆ ਤੁਸੀਂ ਕੈਲਕੂਲੇਸ਼ਨ ਕਰਨੀ ਹੁੰਦੀ ਸੀ। ਇੱਕ ਮਕਸਦ ਇੱਕ ਬਹੁਤ ਹੀ ਇੰਟੈਲੀਜੈਂਟ ਬੰਦੇ ਨੂੰ ਇੱਕ ਕੰਮ ਦਿੱਤਾ ਜਾਂਦਾ ਸੀ ਜਿਹੜਾ ਪੂਰੀ ਉਹਦੀ ਲੋਕੇਸ਼ਨ ਕਰਦਾ ਸੀ, ਉਹਦੇ ਨਾਲ ਜਿਹੜਾ ਸਕੋਟ ਸਰਵਿਸ ਚੱਲਦੀ ਸੀ ਉਹਦੀ ਗੱਲ ਕਰਦਾ ਸੀ। ਹੁਣ ਉਹਨੂੰ ਵੀ ਟੈਕਨੋਲੋਜੀ 'ਚ ਪਾ ਦਿੱਤਾ ਕਿ 2 ਸੈਕਿੰਡਾਂ 'ਚ ਤੁਸੀਂ ਓਵਰ ਸਾਈਜ਼ ਜਿਹੜਾ ਲੋਡ ਹੈ ਉਹਦੀ ਤੁਸੀਂ ਪੂਰੀ ਦੀ ਪੂਰੀ ਜਿਹੜੀ ਹੈ ਪ੍ਰਾਈਸਿੰਗ ਕਰ ਸਕਦੇ ਹੋ। ਤੇ ਸੇਮ ਥਿੰਗ ਵਿਦ ਡਰੋਨ ਦੇ ਨਾਲ ਤੁਹਾਡੇ ਸਾਹਮਣੇ ਹੁਣ ਜਿਹੜੇ ਜੰਗਾਂ ਵੀ ਲੱਗ ਰਹੀਆਂ ਨੇ, ਜੰਗਾਂ 'ਚ ਜਹਾਜ਼ ਘੱਟ ਯੂਜ਼ ਹੋ ਰਹੇ ਨੇ ਤੇ ਡਰੋਨ ਜ਼ਿਆਦਾ ਯੂਜ਼ ਹੋ ਰਹੇ ਨੇ। ਇਹ ਸਸਤਾ ਬਹੁਤ ਹੈ ਤੇ ਟੈਕਨੋਲੋਜੀ ਦੀ ਬਾਬਤ ਕਰਕੇ ਜਿਹੜਾ ਬਹੁਤ ਜ਼ਿਆਦਾ ਇਸ ਵੇਲੇ ਟਰੱਕਿੰਗ ਇੰਡਸਟਰੀ ਨੂੰ ਜਿਹੜਾ ਇਸ ਤਰ੍ਹਾਂ ਕੋ ਫਾਇਦਾ ਹੋ ਰਿਹਾ, ਕਿਉਂਕਿ ਜਿਹੜੇ ਤੇਜ਼ ਟਰੱਕ ਚਲਾਉਣ ਵਾਲੇ ਨੇ ਉਹ ਖਾਲੀ ਆਪਣਾ ਨੁਕਸਾਨ ਤਾਂ ਨਹੀਂ ਕਰਦੇ ਨਾ ਜੀ, ਪੂਰੇ ਇੰਡਸਟਰੀ 'ਚ ਬੈਡ ਨੇਮ ਆਉਂਦਾ। ਤੁਹਾਡੇ ਸਾਹਮਣੇ ਹੁਣ 2-4 ਵਾਰੀ ਹਾਈਲਾਈਟ ਹੋਈਆਂ ਨੇ ਨਿਊਜ਼ ਸਾਡੇ ਵੱਲ। ਚਲੋ ਹੁਣ ਤੇ ਸਾਡੇ ਵੱਲ ਨਿਊਜ਼ ਨਹੀਂ ਹੈਗੀਆਂ, ਰਸ਼ੀਅਨ ਕਮਿਊਨਿਟੀ ਵੱਲ ਹੈਗੀਆਂ, ਉਜ਼ਬੇਕ ਕਮਿਊਨਿਟੀ ਵੱਲ ਹੈਗੀਆਂ। ਅੱਜ ਵੀ ਜਿਹੜਾ ਤੁਸੀਂ ਜੇ ਦੇਖੋਗੇ ਇੱਕ ਟੀਵੀ ਸ਼ੋਅ ਚੱਲਦਾ 30 ਮਿੰਟ, ਉਹਦੇ 'ਚ ਉਹਨਾਂ ਨੇ ਬ੍ਰੇਕ ਕੀਤਾ ਸੀ ਕਿ ਇੱਕ ਕੰਪਨੀ ਆ ਜਿਹੜੀ ਆ ਉਹਨੂੰ ਕੈਮਲੀਅਨ ਕੈਰੀਅਰ ਤੇ ਉਹ ਡਰਾਈਵਰ ਨਾਲ ਕਿਸ ਤਰ੍ਹਾਂ ਡੀਲ ਕਰਦੀ ਹੈ, ਤੇ ਡਰਾਈਵਰ ਜਿਹੜੇ ਨੇ ਪ੍ਰੈਸ਼ਰਾਈਜ਼ਡ ਹੁੰਦੇ ਨੇ ਕਿ ਜਿਹੜੇ ਉਹਨਾਂ ਦੇ ਟਾਈਮਿੰਗ ਆ ਕੀ ਕਹਿੰਦੇ ਨੇ ELD ਡਿਵਾਈਸਿਸ ਉਹਨੂੰ ਰੋਲ ਬੈਕ ਕਰਨ ਦੀ, ਉਹਨੂੰ ਕਹਿੰਦੇ ਨੇ ਰਬਰ ELD ਡਿਵਾਈਸਿਸ ਕਰਨ ਦੀ। ਇਹ ਸਾਰੀ ਜਿਹੜੀ ਟੈਕਨੋਲੋਜੀ ਹੈ ਨਾ, ਇਹ ਐਂਡ ਆਫ ਦਾ ਡੇ ਇਹਦਾ ਬੈਨੀਫਿਟ ਹੀ ਹੁੰਦਾ ਹੈ। ਜਿਹੜੇ ਜੇ ਜਿੰਨਾ ਵੀ ਤੁਸੀਂ ਮਤਲਬ ਮੇਰੀ ਆਪਣੀ ਮੈਂਟੈਲਿਟੀ ਇਹ ਹੈ ਕਿ ਤੁਸੀਂ ਟੈਕਨੋਲੋਜੀ ਨਾਲ ਛੇੜਖਾਨੀ ਨਾ ਹੀ ਕਰੋ ਤੇ ਚੰਗੀ ਚੀਜ਼ ਆ। ਉਹਨੂੰ ਜਿਹੜਾ ਲੀਗਲ ਤਰੀਕੇ ਨਾਲ ਚਲੋ ਤੇ ਉਹਨੂੰ ਫਾਲੋ ਕਰੋ, ਉਹਦੇ ਨਾਲ ਬਹੁਤ ਬੈਨੀਫਿਟ ਆਉਂਦੇ ਨੇ। ਹੁਣ ਸਕੇਲਾਂ ਤੇ ਵੀ ਇੰਨੀ ਟੈਕਨੋਲੋਜੀ ਲੱਗੀ ਹੈ ਕਿ ਤੁਸੀਂ ਬਾਅਦ 'ਚ ਸਕੇਲ 'ਚ ਵੜਦੇ ਹੋ, ਪਹਿਲਾਂ ਕੈਮਰਾ, ਰਿਡਾਰ ਤੇ ਐਕਸਰੇ ਤੇ ਵੇਟ ਮਸ਼ੀਨਾਂ ਤੁਹਾਨੂੰ ਪਹਿਲਾਂ ਕੈਲਕੂਲੇਟ ਕਰਕੇ ਦੱਸ ਦਿੰਦੀਆਂ ਨੇ ਕਿ ਜਿਹੜਾ ਅਫੀਸਰ ਬੈਠਾ ਹੈ ਕਿ ਭਾਈ ਇਹਨੂੰ ਪੁੱਲ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ। ਤੇ ਟੈਕਨੋਲੋਜੀ ਇੰਨੀ ਹੈ ਕਿ ਜਿਹੜਾ ਕੰਪਿਊਟਰ ਉਹ ਆਪ ਡਿਸਾਈਡ ਕਰ ਲੈਂਦਾ ਕਿ ਮੈਂ ਇਹਨੂੰ ਪੁੱਲ ਕਰਕੇ ਜਿਹੜਾ ਅਫੀਸਰ ਕੋਲ ਭੇਜਾਂ ਨਾ ਭੇਜਾਂ। ਜੀ ਜੀ ਬਿਲਕੁਲ ਜੀ, ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੈਗੀਆਂ ਨੇ। ਜਿੰਨੇ ਵੀ ਸਾਡੇ ਟਰੱਕ ਵਾਲੇ ਵੀਰ ਰੋਡਸ ਦੇ ਉੱਪਰ ਰਹਿੰਦੇ ਨੇ, ਇਹਨਾਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਓ, ਕਿਉਂਕਿ ਪਹਿਲਾਂ ਚੱਲ ਜਾਂਦਾ ਸੀਗਾ ਤੁਸੀਂ ਤੁਹਾਡੇ ਡਰਾਈਵਰ ਜਿਹੜੇ ਨੇ ਸਕਿੱਲਾਂ ਟਪਾ ਵੀ ਦਿੰਦੇ ਸੀਗੇ, ਪਰ ਹੁਣ ਰੋਡ ਦੇ ਉੱਪਰ ਸਖਤੀ ਕਾਰਨ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸ਼ੈਂਡਫੀ ਦੇ ਕਹਿਣ ਵਾਂਗੂ ਕਿ ਅਸੀਂ ਇੰਡਸਟਰੀ ਨੂੰ ਕਲੀਨ ਕਰਨਾ ਹੈ। ਕਲੀਨ ਇੱਦਾਂ ਹੀ ਕਰਨਾ ਜੀ ਉਹਨਾਂ ਨੇ ਕਿ ਜਿਹੜੀਆਂ ਵੀ ਰੂਲ ਐਂਡ ਰੈਗੂਲੇਸ਼ਨ ਹੈ, ਜਿਹੜੇ ਪਹਿਲਾਂ ਬ੍ਰੇਕ ਹੁੰਦੇ ਸੀਗੇ ਹੁਣ ਬ੍ਰੇਕ ਨਹੀਂ ਹੋਣਗੇ, ਹੁਣ ਸਾਰੇ ਰੂਲ ਐਂਡ ਰੈਗੂਲੇਸ਼ਨ ਦੇ ਅਕੋਰਡਿੰਗਲੀ ਹੀ ਚੱਲਣਗੇ। ਸਈਦ ਭਾਜੀ, ਲਾਸਟ ਸੈਗਮੈਂਟ ਆਪਾਂ ਕਰਦੇ ਹਾਂ ਜੀ ਡੈਫ ਕਲੀਨਿੰਗ ਨੂੰ ਲੈ ਕੇ। ਜਿਹੜਾ ਤੁਹਾਡਾ ਪ੍ਰੋਸੈਸ ਚੱਲ ਰਿਹਾ ਹੈਗਾ ਵੱਖ-ਵੱਖ ਜਗ੍ਹਾਵਾਂ ਤੇ ਜਿਹੜੀ ਤੁਸੀਂ ਡੈਫ ਕਲੀਨਿੰਗ ਕਰਦੇ ਹੋ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸਿਓ ਜੀ, ਫਿਰ ਆਪਾਂ ਸਮਾਪਤੀ ਵੱਲ ਵਧੀਏ। ਜੀ ਅੱਜ ਵੀ ਸਾਡੇ ਕੋਲ ਇੱਕ ਫਰੀਜ਼ਨਲ ਲੋਕੇਸ਼ਨ 'ਚ ਇੱਕ ਕਸਟਮਰ ਨੇ ਕੰਟੈਕਟ ਕੀਤਾ। ਉਹਨਾਂ ਨੇ ਕਿਹਾ ਜੀ ਮੈਂ ਬੇਕ ਕਰਾ ਲਿਆ ਤੇ ਉਹਦੇ ਬਾਅਦ ਵੀ ਜਿਹੜਾ ਕੋਡ ਜਿਹੜਾ ਆ ਰਿਹਾ ਹੈ DPF ਐਫੀਸ਼ੀਐਂਸੀ ਲੋ ਹੋਣ ਦਾ। ਤੇ ਜਦੋਂ ਭਾਜੀ ਨੇ ਮੈਨੂੰ ਕਾਲ ਕੀਤੀ ਮੈਂ ਕਿਹਾ ਕੋਈ ਗੱਲ ਨਹੀਂ ਜੀ, ਤੁਸੀਂ ਸਭ ਤੋਂ ਪਹਿਲਾਂ ਉਹਨੂੰ ਪ੍ਰੋਸੈਸ ਕਰੋ, ਜਦੋਂ ਪ੍ਰੋਸੈਸ ਹੋ ਜਾਏਗਾ ਫਿਰ ਆਪਾਂ ਦੇਖਾਂਗੇ ਕੀ ਸਿਸਟਮ ਚੱਲਦਾ। ਜਦੋਂ ਆਪਾਂ ਪ੍ਰੋਸੈਸ ਕੀਤਾ ਤੇ ਸੇਮ ਥਿੰਗ ਜਿਹੜੀ ਸਾਡੀ ਮੈਂਟੈਲਿਟੀ ਸੀਗੀ, ਜਿਹੜਾ ਤੁਸੀਂ ਇੰਟਰਨੈਟ ਤੇ ਵੀ ਜਾ ਕੇ ਪੜ੍ਹ ਸਕਦੇ ਹੋ, ਬੇਕਿੰਗ ਐਸ਼ ਨੂੰ ਖਤਮ ਨਹੀਂ ਕਰਦਾ। ਬੇਕਿੰਗ ਜਿਹੜਾ ਹੈ ਉਹ ਸੂਟ ਨੂੰ ਸਾੜ ਸਕਦਾ, ਜਿਹੜਾ ਟਰੱਕ ਆਪਣੀ ਭੱਟੀ ਦੇ ਅੰਦਰ ਆਪ ਵੀ ਸੂਟ ਨੂੰ ਸਾੜਦਾ। ਬੇਕਿੰਗ ਨਾਲ ਐਸ਼ ਖਤਮ ਨਹੀਂ ਹੁੰਦੀ। ਹੁਣ ਇੱਕ ਹੋਰ ਭਾਜੀ ਨੇ ਮੈਨੂੰ ਬੜੀ ਗੱਲ ਕੀਤੀ ਤੇ ਬਾਅਦ ਚ ਮੈਨੂੰ ਹਾਸਾ ਵੀ ਆਇਆ, ਕਹਿੰਦੇ ਅਸੀਂ ਪ੍ਰੈਸ਼ਰ ਵਾਸ਼ਰ ਤੋਂ ਫਿਲਟਰ ਸਾਫ਼ ਕਰ ਲਿਆ। ਬਈ ਪ੍ਰੈਸ਼ਰ ਵਾਸ਼ਰ ਨੂੰ ਜਦੋਂ ਫਿਲਟਰ ਸਾਫ਼ ਕਰਦੇ ਹੋ, ਉਹਦਾ ਛੋਟਾ ਜਿਹਾ ਸਿਸਟਮ ਹੈ, ਜਿਹੜੇ ਫਿਲਟਰ ਦੇ ਅੰਦਰ ਜਿਹੜੀ ਮਿੱਟੀ ਦਾ ਬਣਿਆ ਜਾਂ ਤੁਸੀਂ ਕਲੇ ਦਾ ਕਹਿ ਸਕਦੇ ਹੋ, ਕਲੇ ਦਾ ਬਣਿਆ, ਉਹਦੇ ਅੰਦਰ ਜਿਹੜੇ ਸੁਰਾਖ ਹੁੰਦੇ ਨੇ ਆਰ ਪਾਰ ਨਹੀਂ ਹੁੰਦੇ। ਇੱਕ ਸੁਰਾਖ ਇਸ ਪਾਸੋਂ ਹੁੰਦਾ ਤੇ ਦੂਜਾ ਸੁਰਾਖ ਇਸ ਪਾਸੋਂ ਹੁੰਦਾ, ਜਿਵੇਂ ਮਧੂ ਮੱਖੀ ਦਾ ਛੱਤਾ ਹੁੰਦਾ ਨਾ, ਉਸ ਤਰ੍ਹਾਂ ਹੁੰਦਾ।
ਜਦੋਂ ਪ੍ਰੈਸ਼ਰ ਉਹਨਾਂ ਨੇ ਮਾਰਿਆ ਅੰਦਰੋਂ ਜਿਹੜੇ ਸੁਰਾਖ ਸੀ ਉਹ ਆਰ ਪਾਰ ਹੋ ਗਏ, ਕਿਉਂਕਿ ਉਹ ਕਿਹੜੇ ਕੋਈ ਪਿੱਤਲ ਦੇ ਬਣੇ ਸੀ। ਤੇ ਉਹਨਾਂ ਨੂੰ ਮੈਂ ਕਿਹਾ ਤੁਸੀਂ ਇਹ ਦੱਸੋ ਕਿ ਜਿਹੜਾ ਤੁਸੀਂ ਉਹਨੂੰ ਦੇਖਦੇ ਹੋ, ਆਪਣਾ ਪਿੱਛੋਂ ਦੀ ਨਾ ਫੋਨ ਦੀ ਲਾਈਟ ਮਾਰੋ, ਦੇਖੋ ਲਾਈਟ ਨਜ਼ਰਦੀ ਇਸ ਪਾਸੇ। ਕਹਿੰਦੇ ਹਾਂ ਲਾਈਟ ਨਜ਼ਰਦੀ। ਮੈਂ ਕਿਹਾ ਭਾਜੀ ਉਹ ਤੇ ਫਿਰ ਸੁਰਾਖ ਆਰ ਪਾਰ ਹੋ ਗਏ, ਉਹ ਤੇ ਹੁਣ ਫਿਲਟਰ ਨਹੀਂ ਰਿਹਾ, ਹੁਣ ਉਹ ਰਸਤਾ ਬਣ ਗਿਆ। ਹੁਣ ਜਿਹੜਾ ਵੀ ਤੁਸੀਂ ਉਹਦੇ ਅੰਦਰ ਮਤਲਬ ਸੂਟ ਜਾਊਗਾ ਜਾਂ ਐਸ਼ ਜਾਊਗਾ, ਉਹਨੇ ਆਰ ਪਾਰ ਹੋ ਕੇ ਸਿੱਧਾ FCR ਚ ਜਾ ਕੇ ਉਹਨੇ ਪੋਇਜ਼ਨ ਕਰ ਦੇਣਾ। ਪੋਇਜ਼ਨ ਦਾ ਮਕਸਦ ਹੈ ਕਿ ਉਧਰ ਸਾਰਾ ਉਧਰ ਜੰਮ ਜਾਣਾ, ਲਿਬੜ ਜਾਣਾ ਉਹਨੇ ਨਾ। ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਟੋਟਕੇ ਜਿਹੜੇ ਨੇ ਉਹ ਬਿਜ਼ਨਸ ਚ ਨਹੀਂ ਚੱਲਣੇ। ਇਹ ਟੈਕਨੋਲੋਜੀ ਤੁਸੀਂ ਟੋਟ ਕੇ ਨਹੀਂ ਲਾ ਸਕਦੇ। ਟੈਕਨੋਲੋਜੀ ਜਿਹੜੀ ਆ ਉਹਨੂੰ ਹੀ ਫਾਲੋ ਕਰਨਾ। ਜੇ ਤੁਸੀਂ ਡੈਫ ਫਿਲਟਰ ਚੇਂਜ ਕਰਨਾ ਤੇ ਫਿਲਟਰ ਚੇਂਜ ਕਰਨਾ। ਜੇ ਤੁਸੀਂ ਉਹਨੂੰ ਬੇਕ ਕਰੋਗੇ ਤੇ ਉਹਦੀ ਜਿਹੜੀ ਅੰਡਰਸਟੈਂਡਿੰਗ ਆ, ਤੁਸੀਂ ਆਪ ਵੀ ਗੂਗਲ ਕਰ ਸਕਦੇ ਹੋ, ਐਸ਼ ਜਿਹੜਾ ਨਾ ਉਹ ਕਦੀ ਬਰਨ ਨਹੀਂ ਹੁੰਦਾ। ਜਾਂ ਤਾਂ ਉਹਦਾ ਫਿਲਟਰ ਚੇਂਜ ਕਰੋ, ਜਾਂ ਉਹਨੂੰ USA DPF ਕਲੀਨ ਵਾਲਾ ਪ੍ਰੋਸੈਸ ਜਿਹੜਾ ਹੈਗਾ, ਜਿਹਦੇ ਅੰਦਰ ਕੈਮੀਕਲ ਪਾ ਕੇ ਐਸ਼ ਨੂੰ ਮਿਕਸ ਕਰ ਲਿਆ ਜਾਂਦਾ ਹੈ, ਉਹਦਾ ਲਿਕੁਇਡ ਬਣਾ ਕੇ ਉਹਨੂੰ ਉਸ ਫਿਲਟਰ ਤੋਂ ਟਪਾ ਲਿਆ ਜਾਂਦਾ ਹੈ, ਤੇ ਬਾਅਦ ਚ ਉਹਨੂੰ ਜਿਹੜਾ ਹਾਈਡਰੋਜਨ ਬਣਾ ਕੇ ਉਹਨੂੰ ਕਲੀਅਰ ਕਰ ਦਿੱਤਾ ਜਾਂਦਾ ਹੈ। ਉਹ ਪ੍ਰੋਸੈਸ ਜਿਹੜਾ ਜਦੋਂ ਤੁਸੀਂ ਫਾਲੋ ਅਪ ਕਰੋਗੇ, ਤੇ ਉਹਦੇ ਬਾਅਦ ਜਿਹੜਾ ਆਪਣਾ ਨੈਕਸਟ ਕੁਐਸਚਨ ਹੁੰਦਾ ਹੈ, ਇਹ ਤੁਸੀਂ 3 ਘੰਟੇ ਚ ਕਿੱਦਾਂ ਕਰ ਸਕਦੇ ਹੋ? ਭਾਈ ਅਸੀਂ ਜਿਹੜਾ ਕਰਦੇ ਹਾਂ ਉਹਦੀ ਵੀਡੀਓਜ਼ ਲੱਗੀਆਂ ਨੇ ਸਾਡੀ ਵੈਬਸਾਈਟ ਤੇ, ਸੋਸ਼ਲ ਮੀਡੀਆ ਤੇ ਸਾਡੀ ਵੀਡੀਓ ਲੱਗੀਆਂ, ਲੋਕਾਂ ਦੇ ਕਮੈਂਟ ਲੱਗੇ, ਤੁਸੀਂ ਸਭ ਤੋਂ ਜਾ ਕੇ ਉਧਰ ਦੇਖੋ। ਅਨਫੋਰਚੂਨੇਟਲੀ ਇੱਕ ਜਿਹੜਾ ਬਿਹੇਵੀਅਰ ਹੈਗਾ ਸਾਡੀ ਕਮਿਊਨਿਟੀ ਦਾ, ਉਹ ਕਹਿੰਦੇ ਯਾਰ ਸਾਨੂੰ ਹੱਥ ਫੜਾ ਕੇ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਦੱਸੋ। ਹੁਣ ਉਹਦੇ ਵਾਸਤੇ ਸਟੋਰੀ ਦੱਸਣ ਵਾਸਤੇ ਤੁਹਾਨੂੰ ਅੱਧਾ ਘੰਟਾ ਲੱਗਣਾ ਤੇ ਕਿਸੇ ਨੂੰ ਸਮਝ ਨਹੀਂ ਆਣੀ। ਬੈਸਟ ਇਹੀ ਹੈਗਾ ਕਿ ਜੇ ਤੁਸੀਂ ਇਸ ਪ੍ਰੋਸੈਸ ਨੂੰ ਸਮਝਣਾ ਚਾਹੁੰਦੇ ਹੋ ਤੇ ਸਾਡੀ ਵੈਬਸਾਈਟ ਤੇ ਜਾ ਕੇ ਜਿਹੜਾ ਅਸੀਂ ਪ੍ਰੋਸੈਸ ਦੀ ਵੀਡੀਓ ਬਣਾਈ ਆ ਉਹ ਇੱਕ ਵਾਰੀ ਦੇਖ ਲਓ। ਉਹ ਜਦੋਂ ਵੀਡੀਓ ਦੇਖੋਗੇ ਫਿਰ ਤੁਹਾਨੂੰ ਆਪ ਹੀ ਕਹਿੰਦੇ ਸੀਇੰਗ ਇਜ਼ ਬਲੀਵਿੰਗ। ਜਦੋਂ ਤੁਸੀਂ ਦੇਖੋਗੇ ਤਾਂ ਤੁਹਾਨੂੰ ਪੂਰਾ ਬਲੀਵ ਆ ਜਾਣਾ। ਉਹਦੇ ਬਾਅਦ ਤੁਸੀਂ ਸਾਡੀ ਕਿਸੇ ਵੀ ਲੋਕੇਸ਼ਨ ਤੇ ਜਾ ਕੇ DPF ਕਲੀਨ ਕਰਾ ਸਕਦੇ ਹੋ। ਤੇ ਮੇਰਾ ਤੇ ਬਹੁਤ ਸਿੰਪਲ ਹੀ ਐਕਸਪਲੇਨੇਸ਼ਨ ਹੈ ਜੀ। ਕੰਪਿਊਟਰ ਝੂਠ ਨਹੀਂ ਬੋਲਦਾ, ਟੈਕਨੋਲੋਜੀ ਝੂਠ ਨਹੀਂ ਬੋਲਦੀ। ਜਦੋਂ ਤੁਸੀਂ ਪ੍ਰੋਸੈਸ ਕਰੋਗੇ ਉੱਤੇ ਪਹਿਲਾਂ ਜਿਹੜਾ ਸੂਟ ਲੈਵਲ ਹੋਗਾ, ਐਸ਼ ਲੈਵਲ ਹੋਗਾ, ਜਿਹੜੇ ਕੋਡ ਹੋਗੇ ਉਹ ਤੁਸੀਂ ਆਪ ਦੇਖੋਗੇ, ਜੇ ਇੰਜਨ ਲਾਈਟ ਆਈ ਹੈ ਉਹ ਵੀ ਆਪ ਦੇਖੋਗੇ, ਤੇ ਪ੍ਰੋਸੈਸ ਹੋਣ ਦੇ ਬਾਅਦ ਉਹ ਸਾਰੇ ਕਲੀਅਰ ਹੋ ਜਾਣੇ ਉਹ ਵੀ ਤੁਸੀਂ ਆਪ ਦੇਖੋਗੇ। ਤੇ ਪਰ ਬੈਨੀਫਿਟ ਇਹੀ ਹੈਗਾ ਕਿ ਤੁਹਾਡੀ ਤੁਸੀਂ ਜਿਹੜਾ ਕੰਪਨੀ ਨਾਲ ਡੀਲ ਕਰ ਰਹੇ ਹੋ ਕੋਸਟ ਟੂ ਕੋਸਟ ਅਵੇਲੇਬਲ ਆ। ਉਹ ਇਦਾਂ ਨਹੀਂ ਹੈਗਾ ਇੱਕ ਬੰਦੇ ਦੀ ਆਨਸਰੇਬਲ ਹੈਗਾ। ਅਸੀਂ ਪੂਰਾ ਸਾਡਾ ਸਿਸਟਮ ਹੈ ਸਾਡੇ ਕੋਲ, ਮਤਲਬ ਇਸ ਸਿਸਟਮ 'ਚ ਤਕਰੀਬਨ 150 ਲੋਕ ਲੱਗੇ ਨੇ ਜਿਹੜੇ ਇਸ ਪ੍ਰੋਸੈਸ ਨੂੰ ਚਲਾ ਰਹੇ ਨੇ, ਜਿਹਦੇ 'ਚ ਸਾਡੀ ਫੋਨ ਕਾਲ ਸਪੋਰਟ, ਸਾਡਾ ਟੈਕਨੀਸ਼ੀਅਨ ਸਪੋਰਟ, ਸਾਡੇ ਅੱਗੇ ਜਿਹੜੇ ਕੰਮ ਕਰ ਰਹੇ ਨੇ ਉਹ ਲੋਕ ਬਿਹਾਈਂਡ ਦਾ ਸੀਨ, ਉਹ ਸਾਰੇ ਇਸ ਚੀਜ਼ 'ਚ ਲੱਗੇ ਨੇ। ਸਾਰੇ ਉਹਦੇ 'ਚ 100% ਆਪਣੀ ਐਫਰਟ ਪਾ ਰਹੇ ਨੇ। ਤੇ ਇਹ ਨਹੀਂ ਸਮਝਣਾ ਚਾਹੀਦਾ ਕਿ ਜਿਹੜਾ ਇੱਕ ਬੰਦਾ ਤੁਹਾਨੂੰ ਅਪਡੇਟ ਕਰ ਰਿਹਾ ਉਹਦੇ ਬੈਕਗਰਾਉਂਡ 'ਚ ਬਹੁਤ ਜ਼ਿਆਦਾ ਇਸ ਮਿਹਨਤ ਹੋ ਰਹੀ ਆ। ਜਿਹੜਾ ਅਲਟੀਮੇਟਲੀ ਆਨਸਰ ਇਹ ਹੈ ਕਿ ਅਸੀਂ ਪ੍ਰਾਈਸ ਸਸਤੀ ਰੱਖੀ। ਉਹਦੀ ਬੈਨੀਫਿਟ ਇਹ ਹੈ ਕਿ ਕੋਈ ਵੀ ਜਿਹੜਾ ਉਹਨੂੰ ਐਜ਼ ਅ ਮੇਨਟੇਨੈਂਸ ਆਈਟਮ ਯੂਜ਼ ਕਰ ਸਕਦਾ ਹੈ। ਉਹ ਬੈਸਟ ਰਿਜ਼ਲਟ ਹੈ। ਜੇ ਡੀਰੇਟ ਹੋਇਆ ਉਹ ਤਾਂ ਚਲੋ ਅਸੀਂ ਹੈਲਪ ਕਰ ਹੀ ਦਾਂਗੇ, ਪਰ ਜੇ ਉਹਨੂੰ ਮੇਨਟੇਨੈਂਸ ਆਈਟਮ ਕਰਕੇ 1 ਸਾਲ 'ਚ ਇੱਕ ਵਾਰੀ ਤੁਸੀਂ DPF ਕਲੀਨ ਕਰਾਓ, ਤੁਹਾਨੂੰ ਕਦੀ ਵੀ ਲਾਈਫ 'ਚ DPF ਦਾ ਪ੍ਰੋਬਲਮ ਨਹੀਂ ਆਣਾ ਜੀ। ਜੀ ਬਿਲਕੁਲ ਜੀ। ਔਰ ਜੇਕਰ ਕਿਸੇ ਵੀਰ ਸਾਡੇ ਟਰੱਕ ਵਾਲੇ ਨੇ ਟਰੱਕ ਖਰੀਦਣਾ ਹੋਵੇ ਤਾਂ ਟੀਵੀ ਸਕਰੀਨ ਤੇ ਜਿਹੜਾ ਨੰਬਰ ਦਿੱਤਾ ਹੈ ਉਹਦੇ ਤੇ ਰਾਬਤਾ ਕਾਇਮ ਕਰ ਸਕਦਾ ਹੈ। ਔਰ ਜੇਕਰ ਡੈਫ ਦੀ ਸਮੱਸਿਆ ਦੇ ਨਾਲ ਤੁਹਾਡਾ ਟਰੱਕ ਜੂਝ ਰਿਹਾ, ਤੁਸੀਂ ਜੂਝ ਰਹੇ ਹੋ, ਡੈਫ ਕਲੀਨ ਕਰਨ ਬਾਰੇ ਸੋਚ ਰਹੇ ਹੋ, ਤਾਂ ਉਹ ਵੀ ਨੰਬਰ ਜਿਹੜਾ ਹੈ ਟੀਵੀ ਸਕਰੀਨ ਦੇ ਉੱਪਰ ਦਿੱਤਾ ਹੋਇਆ, ਉੱਤੇ ਵੀ ਜਾ ਕੇ ਤੁਸੀਂ ਰਾਬਤਾ ਜਿਹੜਾ ਹੈ ਉਹ ਕਾਇਮ ਸਈਦ ਭਾਈ ਦੇ ਨਾਲ ਜਾਂ ਸਈਦ ਭਾਈ ਦੀ ਟੀਮ ਦੇ ਨਾਲ ਕਰ ਸਕਦੇ ਹੈਗੇ ਹੋ। ਸਈਦ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਇਹ ਵਿਚਾਰਾਂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੀਆਂ। ਧੰਨਵਾਦ ਤੁਹਾਡਾ।